ਸਕਰੀਨ ਤੇ ਤੁਸੀਂ ਇੱਕ ਚਾਰਟ ਦੇਖ ਰਹੇ ਹੋ ਜੋ ਕਿਸੇ ਸਕੂਲ ਦੇ ਵਿਦਿਆਰਥੀਆਂ ਦੇ ਮਿਡ ਟਰਮ ਅਤੇ ਫਾਈਨਲ ਟਰਮ ਦੇ ਸਕੋਰ ਨੂੰ ਦਿਖਾ ਰਿਹਾ ਹੈ। ਇਸ ਦੇ ਹੌਰੀਜ਼ੌਂਟਲ ਐਕਸਿਸ ਤੇ ਕੁਝ ਵਿਦਿਆਰਥੀਆਂ ਦੇ ਨਾਮ ਲਿਖੇ ਹੋਏ ਹਨ ਅਤੇ ਵਰਟੀਕਲ ਐਕਸਿਸ ਤੇ ਉਹਨਾਂ ਦੁਆਰਾ ਪ੍ਰਾਪਤ ਅੰਕਾਂ ਨੂੰ ਦਰਸਾਇਆ ਹੋਇਆ ਹੈ। ਹਰੇਕ ਵਿਦਿਆਰਥੀ ਦੇ ਲਈ ਦੋ ਬਾਰਜ਼ ਬਣੀਆਂ ਹੋਈਆਂ ਹਨ। ਦੋ ਬਾਰਜ਼ ਭਾਵ ਦੋ ਛੜਾਂ ਬਣੀਆਂ ਹੋਈਆਂ ਹਨ। ਨੀਲੇ ਰੰਗ ਦੀ ਬਾਰ ਦਰਸਾਉਂਦੀ ਹੈ ਕਿ ਉਸ ਵਿਦਿਆਰਥੀ ਨੇ ਮਿਡ ਟਰਮ ਦੇ ਐਗਜ਼ਾਮ ਵਿੱਚ ਕਿੰਨੇ ਅੰਕ ਪ੍ਰਾਪਤ ਕੀਤੇ ਹਨ ਅਤੇ ਪੀਲੇ ਰੰਗ ਦੀ ਬਾਰ ਦਿਖਾਉਂਦੀ ਹੈ ਕਿ ਉਸ ਵਿਦਿਆਰਥੀ ਨੇ ਫਾਈਨਲ ਟਰਮ ਦੇ ਐਗਜ਼ਾਮ ਵਿੱਚ ਕਿੰਨੇ ਅੰਕ ਪ੍ਰਾਪਤ ਕੀਤੇ ਹਨ। ਹੁਣ ਅੱਗੇ ਇਸ ਚਾਰਟ ਦੀ ਸੂਚਨਾ ਦੇ ਆਧਾਰ ਤੇ ਤੁਸੀਂ ਕੁਝ ਸਵਾਲਾਂ ਦੇ ਜਵਾਬ ਦੇਣੇ ਹਨ। ਇੱਥੇ ਪਹਿਲਾ ਪ੍ਰਸ਼ਨ ਹੈ, ਫਾਈਨਲ ਟਰਮ ਦੇ ਸਕੋਰ ਦੀ ਮੱਧਿਕਾ ਕੀ ਹੈ। ਹੁਣ ਇਸ ਚਾਰਟ ਦੇ ਵਿੱਚ ਪੀਲੇ ਰੰਗ ਦੀਆਂ ਛੜਾਂ ਵਿਦਿਆਰਥੀਆਂ ਦੁਆਰਾ ਫਾਈਨਲ ਟਰਮ ਵਿੱਚ ਪ੍ਰਾਪਤ ਅੰਕਾਂ ਨੂੰ ਦਰਸਾ ਰਹੀਆਂ ਹਨ। ਆਓ ਪਹਿਲਾਂ ਵਿਦਿਆਰਥੀਆਂ ਦੁਆਰਾ ਫਾਈਨਲ ਟਰਮ ਵਿੱਚ ਪ੍ਰਾਪਤ ਸਕੋਰ ਨੂੰ ਲਿਖ ਲੈਂਦੇ ਹਾਂ। ਹੁਣ ਇੱਥੇ ਪਹਿਲੇ ਵਿਦਿਆਰਥੀ ਸ਼ਾਨ ਨੇ ਫਾਈਨਲ ਟਰਮ ਦੇ ਵਿੱਚ 100 ਅੰਕ ਪ੍ਰਾਪਤ ਕੀਤੇ, ਦੂਜੇ ਵਿਦਿਆਰਥੀ ਨੇ ਵੀ 100 ਅੰਕ ਪ੍ਰਾਪਤ ਕੀਤੇ ਅਤੇ ਤੀਜੇ ਵਿਦਿਆਰਥੀ ਨੇ ਵੀ 100 ਅੰਕ ਪ੍ਰਾਪਤ ਕੀਤੇ। ਇਸ ਤਰ੍ਹਾਂ ਲੱਗਦਾ ਜਿਸ ਤਰ੍ਹਾਂ ਫਾਈਨਲ ਟਰਮ ਦਾ ਐਗਜ਼ਾਮ ਕਾਫੀ ਸੌਖਾ ਹੁੰਦਾ ਹੈ। ਅਗਲੇ ਵਿਦਿਆਰਥੀ ਨੇ 75 ਅੰਕ ਪ੍ਰਾਪਤ ਕੀਤੇ ਅਤੇ ਅਖੀਰਲੇ ਵਿਦਿਆਰਥੀ ਰਾਜੂ ਨੇ 80 ਅੰਕ ਪ੍ਰਾਪਤ ਕੀਤੇ। ਅੱਗੇ ਅਸੀਂ ਇਹਨਾਂ ਅੰਕੜਿਆਂ ਦੀ ਮੱਧਿਕਾ ਪਤਾ ਕਰਨੀ ਹੈ। ਮੱਧਿਕਾ ਤੋਂ ਭਾਵ ਹੁੰਦਾ ਹੈ ਕਿ ਅਸੀਂ ਮੱਧ ਵਾਲਾ ਅੰਕੜਾ ਪਤਾ ਕਰਨਾ ਹੈ। ਹੁਣ ਮੱਧ ਵਾਲਾ ਅੰਕੜਾ ਪਤਾ ਕਰਨ ਦੇ ਲਈ ਪਹਿਲਾਂ ਇਸ ਸਕੋਰ ਨੂੰ ਸਾਨੂੰ ਚੜ੍ਹਦੇ ਕ੍ਰਮ ਵਿੱਚ ਲਿਖਣਾ ਪਵੇਗਾ। ਇੱਥੇ ਸਭ ਤੋਂ ਛੋਟਾ ਅੰਕੜਾ 75 ਹੈ, ਤਾਂ ਅਸੀਂ 75 ਤੋਂ ਸ਼ੁਰੂ ਕਰਦੇ ਹਾਂ। ਫਿਰ 75 ਤੋਂ ਵੱਡਾ 80, 80 ਤੋਂ ਵੱਡਾ ਹੁਣ 3 ਵਾਰੀ 100 ਹਨ, ਤਾਂ ਤੁਸੀਂ ਤਿੰਨੇ ਵਾਰ ਲਿਖਣਾ ਹੈ। ਇੱਕ ਵਾਰ, ਦੋ ਵਾਰ ਅਤੇ ਤਿੰਨ ਵਾਰ 100 ਲਿਖ ਲਿਆ। ਹੁਣ ਜੇਕਰ ਇੱਥੇ ਅੰਕੜਿਆਂ ਦੀ ਗਿਣਤੀ ਜਿਸਤ ਵਿੱਚ ਹੁੰਦੀ ਤਾਂ ਫਿਰ ਸਾਡੇ ਕੋਲ ਮੱਧ ਦੇ ਵਿੱਚ ਦੋ ਅੰਕੜੇ ਆ ਜਾਣੇ ਸਨ ਅਤੇ ਫਿਰ ਅਸੀਂ ਉਹਨਾਂ ਦੋ ਅੰਕੜਿਆਂ ਦਾ ਮੱਧਮਾਨ ਪਤਾ ਕਰਨਾ ਸੀ। ਪਰ ਇੱਥੇ ਅਸੀਂ ਲੱਕੀ ਹਾਂ ਕਿ ਸਾਡੇ ਕੋਲ ਅੰਕੜਿਆਂ ਦੀ ਗਿਣਤੀ ਟਾਂਕ ਹੈ, ਤਾਂ ਇੱਥੇ ਸਾਡੇ ਕੋਲ ਮਿਡ ਦੇ ਵਿੱਚ ਕੇਵਲ ਇੱਕ ਹੀ ਟਰਮ ਆ ਰਹੀ ਹੈ। ਹੁਣ ਇੱਥੇ 100 ਹੈ ਜੋ ਕਿ ਮਿਡ ਵਿੱਚ ਹੈ, ਇਸ ਲਈ ਫਾਈਨਲ ਟਰਮ ਦੇ ਸਕੋਰ ਦੀ ਮੱਧਿਕਾ 100 ਹੈ। ਦੂਜਾ ਪ੍ਰਸ਼ਨ ਹੈ, ਮਿਡ ਟਰਮ ਸਕੋਰ ਦੀ ਮੱਧ ਰੇਂਜ ਕੀ ਹੈ। ਮੱਧ ਰੇਂਜ ਭਾਵ ਮਿਡ ਰੇਂਜ। ਮਿਡ ਰੇਂਜ ਤੋਂ ਭਾਵ ਹੈ ਕਿ ਸਭ ਤੋਂ ਵੱਡਾ ਸਕੋਰ ਅਤੇ ਸਭ ਤੋਂ ਛੋਟੇ ਸਕੋਰ ਦਾ ਮੱਧਮਾਨ ਪਤਾ ਕਰਨਾ। ਹੁਣ ਇੱਥੇ ਨੀਲੇ ਰੰਗ ਦੀਆਂ ਛੜਾਂ ਮਿਡ ਟਰਮ ਸਕੋਰ ਨੂੰ ਦਰਸਾ ਰਹੀਆਂ ਹਨ। ਤਾਂ ਹੁਣ ਨੀਲੇ ਰੰਗ ਦੀ ਸਭ ਤੋਂ ਵੱਡੀ ਛੜ ਹੈ ਸਾਡੇ ਕੋਲ ਮਨੀਸ਼ ਦੀ ਹੈ 100, ਤਾਂ ਸਭ ਤੋਂ ਵੱਡੀ ਛੜ ਸਾਡੇ ਕੋਲ 100 ਹੈ ਅਤੇ ਸਭ ਤੋਂ ਛੋਟੀ ਛੜ 60 ਹੈ। ਤਾਂ ਅਸੀਂ ਇਹਨਾਂ ਦਾ ਮੱਧਮਾਨ ਪਤਾ ਕਰਨਾ ਹੈ, ਜਿਸ ਦੇ ਨਾਲ ਸਾਨੂੰ ਮੱਧ ਰੇਂਜ ਭਾਵ ਮਿਡ ਰੇਂਜ ਪਤਾ ਲੱਗ ਜਾਵੇਗੀ। ਹੁਣ ਅਸੀਂ ਇੱਥੇ ਮੱਧ ਰੇਂਜ ਪਤਾ ਕਰਨੀ ਹੈ। ਮੱਧ ਰੇਂਜ ਭਾਵ ਮਿਡ ਰੇਂਜ ਆ ਰਹੇ ਹਨ, ਮਿਡ ਰੇਂਜ। ਹੁਣ ਉਸ ਦੇ ਲਈ ਸਭ ਤੋਂ ਵੱਡਾ ਅੰਕੜਾ ਸਾਡੇ ਕੋਲ 100 ਹੈ। ਇਹ ਸਾਡੇ ਕੋਲ ਇੱਥੇ ਨਿਸ਼ਾਨ ਲਗਾਈਏ 100 ਹੈ। 100 ਜਮਾ ਸਭ ਤੋਂ ਛੋਟਾ ਅੰਕੜਾ ਹੈ ਸਾਡੇ ਕੋਲ 60 ਅਤੇ ਇਸ ਨੂੰ ਅਸੀਂ 2 ਦੇ ਨਾਲ ਭਾਗ ਕਰਕੇ ਮੱਧਮਾਨ ਪਤਾ ਕਰ ਲੈਂਦੇ ਹਾਂ। 160/2 ਅਤੇ 2 ਨਾਲ ਭਾਗ ਕਰਕੇ ਆ ਗਿਆ ਸਾਡੇ ਕੋਲ 80। ਇਸ ਤਰ੍ਹਾਂ ਮਿਡ ਟਰਮ ਦੇ ਸਕੋਰ ਦੀ ਮੱਧ ਰੇਂਜ ਹੈ 80। ਤੀਜਾ ਪ੍ਰਸ਼ਨ ਹੈ, ਫਾਈਨਲ ਟਰਮ ਵਿੱਚ ਵਿਦਿਆਰਥੀਆਂ ਦਾ ਮੱਧਮਾਨ ਸਕੋਰ ਕੀ ਹੈ। ਮੱਧਮਾਨ ਦਾ ਫਾਰਮੂਲਾ ਤੁਸੀਂ ਬਹੁਤ ਪਹਿਲਾਂ ਤੋਂ ਹੀ ਜਾਣਦੇ ਹੋ, ਅੰਕੜਿਆਂ ਦਾ ਜੋੜ ਬਟੇ ਅੰਕੜਿਆਂ ਦੀ ਗਿਣਤੀ। ਤਾਂ ਹੁਣ ਫਾਈਨਲ ਟਰਮ ਹੈ, ਤਾਂ ਫਾਈਨਲ ਟਰਮ ਦਾ ਸਕੋਰ ਸਾਡੇ ਕੋਲ ਪਹਿਲਾਂ ਹੀ ਇੱਥੇ ਲਿਖਿਆ ਹੋਇਆ ਹੈ। ਅਸੀਂ ਇਸ ਨੂੰ ਜੋੜ ਲੈਂਦੇ ਹਾਂ। 100 ਜਮਾ 100 ਜਮਾ 100 ਜਮਾ 75 ਜਮਾ 80 ਅਤੇ ਇਸ ਨੂੰ ਭਾਗ ਕਰ ਦਿੰਦੇ ਹਾਂ 5 ਦੇ ਨਾਲ। ਇਹ ਹੋ ਗਏ 100 100 100 300 300 ਵਿੱਚ 75 ਅਤੇ 80 155, 300 ਵਿੱਚ 155 ਜੋੜੇ 455। 5 ਨਾਲ ਭਾਗ ਕਰਾਂਗੇ 5, 45 ਨੂੰ 5 ਨਾਲ ਭਾਗ ਕਰਾਂਗੇ 5 9 45 ਅਤੇ 5 ਏਕਮ 5, ਤਾਂ ਇਹ ਸਾਡੇ ਕੋਲ ਸਕੋਰ ਆ ਗਿਆ 91। ਇਸ ਤਰ੍ਹਾਂ ਫਾਈਨਲ ਟਰਮ ਵਿੱਚ ਵਿਦਿਆਰਥੀਆਂ ਦਾ ਮੱਧਮਾਨ ਸਕੋਰ 91, ਇੱਥੇ ਲਿਖ ਲੈਂਦੇ ਹਾਂ 91। ਚੌਥਾ ਪ੍ਰਸ਼ਨ ਹੈ, ਫਾਈਨਲ ਟਰਮ ਦੇ ਸਕੋਰ ਦਾ ਬਹੁਲਕ ਕੀ ਹੈ। ਹੁਣ ਫਾਈਨਲ ਟਰਮ ਦਾ ਸਕੋਰ ਅਸੀਂ ਪਹਿਲਾਂ ਲਿਖਿਆ ਹੀ ਹੋਇਆ ਹੈ ਅਤੇ ਬਹੁਲਕ ਦਾ ਅਰਥ ਹੁੰਦਾ ਹੈ ਉਹ ਅੰਕੜਾ ਜੋ ਸਭ ਤੋਂ ਵੱਧ ਵਾਰ ਆ ਰਿਹਾ ਹੋਵੇ। ਤਾਂ ਇੱਥੇ ਸਾਫ਼ ਹੀ ਦਿਖ ਰਿਹਾ ਕਿ 100 ਹੈ ਉਹ 3 ਵਾਰੀ ਆ ਰਿਹਾ ਹੈ, 75 ਇੱਕ ਵਾਰ ਹੈ, 80 ਇੱਕ ਵਾਰ ਹੈ, ਤਾਂ ਇਸ ਦਾ ਬਹੁਲਕ ਹੋਇਆ, ਫਾਈਨਲ ਟਰਮ ਦੇ ਸਕੋਰ ਦਾ ਬਹੁਲਕ ਹੋਇਆ 100। ਲਾਸਟ ਪ੍ਰਸ਼ਨ ਹੈ, ਮਿਡ ਟਰਮ ਸਕੋਰ ਦੀ ਵਿਚਲਣ ਸੀਮਾ ਕੀ ਹੈ। ਹੁਣ ਮਿਡ ਟਰਮ ਦੇ ਅਸੀਂ ਸਭ ਤੋਂ ਵੱਡਾ ਅੰਕੜਾ ਅਤੇ ਸਭ ਤੋਂ ਛੋਟਾ ਅੰਕੜਾ ਪਹਿਲਾਂ ਹੀ ਲਿਖਿਆ ਹੋਇਆ ਹੈ।
ਵਿਚਲਣ ਸੀਮਾ ਤੋਂ ਭਾਵ ਹੁੰਦਾ ਹੈ ਸਭ ਤੋਂ ਵੱਡਾ ਅੰਕੜਾ ਅਤੇ ਸਭ ਤੋਂ ਛੋਟੇ ਅੰਕੜੇ ਦਾ ਅੰਤਰ, ਭਾਵ ਅਸੀਂ ਉਹਨਾਂ ਨੂੰ ਘਟਾਓ ਕਰਨਾ ਹੈ। ਤਾਂ ਇੱਥੇ ਸਾਡੇ ਕੋਲ ਸਭ ਤੋਂ ਵੱਡਾ ਅੰਕੜਾ 100 ਹੈ ਅਤੇ ਸਭ ਤੋਂ ਛੋਟਾ ਅੰਕੜਾ 60 ਹੈ। ਇਹ ਮਿਡ ਟਰਮ ਦੇ ਸਕੋਰ ਦੇ ਅੰਕੜੇ ਹਨ। ਇਹਨਾਂ ਨੂੰ ਘਟਾ ਕੀਤਾ ਤਾਂ ਸਾਡੇ ਕੋਲ 40 ਆ ਗਿਆ। ਤਾਂ ਲਾਸਟ ਪ੍ਰਸ਼ਨ ਦਾ ਉੱਤਰ ਹੈ 40। ਇਸ ਤਰ੍ਹਾਂ ਇਹ ਸਾਰੇ ਸਵਾਲ ਹੱਲ ਹੋ ਗਏ।